9th ਕਲਾਸ ਦੇ ਸਾਰੇ ਸਟੂਡੈਂਟਸ ਨੂੰ ਸਤਿ ਸ੍ਰੀ ਅਕਾਲ। ਅਸੀਂ ਕਰ ਰਹੇ ਹਾਂ ਯੂਕਲਿਡ ਦੇ ਬੇਸਡ ਕੁਝ ਸਵਾਲ। ਅਸਾਈਨਮੈਂਟ 78 ਦੇ ਵਿੱਚ ਪਹਿਲਾ ਸਵਾਲ ਸਾਨੂੰ ਇਹ ਦਿੱਤਾ ਗਿਆ ਵਾ ਕਿ ਜੇਕਰ 2 ਪੁਆਇੰਟਸ ਦਿੱਤੇ ਹੋਣ। ਪਹਿਲੇ ਸਵਾਲ ਦੀ ਗੱਲ ਕਰੀਏ, ਇੱਕ ਪੁਆਇੰਟ ਸਾਡੇ ਕੋਲੇ A ਆ, ਇੱਕ ਪੁਆਇੰਟ B ਆ, ਤੇ ਜੇਕਰ ਇਹਨਾਂ ਦੇ ਵਿੱਚ C ਪੁਆਇੰਟ ਇਹਦੇ ਵਿੱਚ ਲਾਈ ਕਰਦਾ ਕਿਤੇ, C ਇੱਥੇ ਆ, ਤੇ ਗਿਵਨ ਸਾਨੂੰ ਕੀ ਹੈ ਜੀ? ਗਿਵਨ ਆ AC is equal to CB, ਤੇ ਟੂ ਪ੍ਰੂਵ ਕਰੋ ਕਿ ਜਿਹੜਾ AC ਆ ਉਹ ਹਾਫ ਆਫ AB ਆ। ਇਹ ਸਵਾਲ ਹੈ ਜੀ। ਸਵਾਲ ਬੜਾ ਨਿੱਕਾ ਜਿਹਾ ਵਾ, ਔਰ ਉਹ ਸਵਾਲ ਦੇ ਵਿੱਚ ਕਿਹਾ ਗਿਆ ਵੀ A ਤੋਂ ਲੈ ਕੇ B ਤੱਕ ਇੱਕ ਲੈਂਥ ਆ। ਮੰਨ ਲਓ ਜੀ ਇਹ ਲੈਂਥ ਜਿਹੜੀ ਹੈ 10 ਮੀਟਰ ਹੈ, ਔਰ ਆਹ ਦੋਨੇ ਬਰਾਬਰ ਹੈ। ਮਤਲਬ ਇਹ ਵੀ 5 ਹੋਈ ਤੇ ਇਹ ਵੀ 5 ਹੋਈ, ਬਰਾਬਰ ਤਾਂ ਹੀ ਹੋਣੀ ਆ। ਤੇ ਸਿੱਧ ਕਰੋ ਵੀ ਨਾ AC ਆ ਜਿਹੜੀ ਆਹ ਲੈਂਥ ਆ ਇਹ ਸਾਰੀ ਲੰਬਾਈ ਦਾ ਅੱਧ ਆ। AC ਇਕੁਅਲ ਹਾਫ ਆਫ AB। ਹੁਣ ਆ ਵੇਖੋ, ਜਦੋਂ ਆਹ ਦੋਵੇਂ ਲੰਬਾਈਆਂ ਬਰਾਬਰ ਹੋਣ ਤੇ ਫਿਰ ਆਹ ਜਿਹੜੀ ਚੀਜ਼ ਆ ਇਹ ਅੱਧ ਹੋ ਜਾਂਦਾ। C ਕੀ ਹੁੰਦਾ? ਮਿਡ ਪੁਆਇੰਟ ਹੋ ਜਾਂਦਾ। ਤੇ ਜੇ ਅੱਧ ਹੋ ਜੇ ਤੇ ਕਹਿਣ ਦਾ ਮਤਲਬ ਪੂਰੀ ਰੇਖਾ ਬਰਾਬਰ 2 ਹਿੱਸੇ 'ਚ ਵੰਡੀ ਗਈ, ਤੇ AC ਕੀ ਹੋ ਗਿਆ? AB ਦਾ ਅੱਧ ਹੋ ਗਿਆ। ਹੁਣ ਇਸ ਸਵਾਲ ਦੇ ਵਿੱਚ ਅਸੀਂ ਇਹਨੂੰ ਪ੍ਰੂਵ ਕਰਨਾ, ਤੇ ਦੇਖੋ ਸਾਨੂੰ ਇਹ ਪਤਾ ਵਾ ਕਿਉਂਕਿ ਸਾਨੂੰ ਆਹ ਚੀਜ਼ ਗਿਵਨ ਆ, ਇਹ ਦਿੱਤੀ ਹੋਈ ਆ ਵੀ AC is equal to CB, ਵੀ ਆਹ ਸਾਈਡ ਤੇ ਆਹ ਸਾਈਡ ਬਰਾਬਰ ਨੇ। ਆਪਾਂ ਕੀ ਕੀਤਾ, ਜਦੋਂ ਯੂਕਲਿਡ ਦੀ ਇੱਕ ਧਾਰਨਾ ਵਾ ਉਹਦੇ ਵਿੱਚ ਉਹਨਾਂ ਨੇ ਆਖਿਆ ਵੀ ਜੇ ਦੋ ਚੀਜ਼ਾਂ ਬਰਾਬਰ ਹੋਣ ਤੇ ਉਹਦੇ ਵਿੱਚ ਇੱਕ ਬਰਾਬਰ ਚੀਜ਼ ਐਡ ਕਰ ਦਈਏ, ਜਮ੍ਹਾਂ ਕਰ ਦਈਏ, ਤਾਂ ਉਹਨੂੰ ਫਰਕ ਨਹੀਂ ਕੋਈ ਪੈਂਦਾ, ਉਹ ਬਰਾਬਰ ਹੀ ਰਹਿੰਦੀ ਆ। ਅਸੀਂ ਦੋਵਾਂ ਪਾਸਿਆਂ ਦੀ ਐਡਿੰਗ AC ਔਨ ਬੋਥ ਸਾਈਡਸ, ਦੋਵਾਂ ਪਾਸਿਆਂ ਤੇ ਕੀ ਜਮ੍ਹਾਂ ਕਰਦੇ ਲੱਗੇ ਆ? AC। ਇੱਧਰ ਵੀ AC ਪਲੱਸ AC ਕਰਤਾ ਜੀ, ਤੇ ਉਧਰ ਵੀ AC ਪਲੱਸ CB ਹੋ ਗਿਆ। ਦੋਵੇਂ ਪਾਸੇ AC ਪਾਤਾ। ਹੁਣ ਆ ਕੀ ਹੋ ਗਿਆ? ਇੱਕੋ ਜਿਹੀ ਚੀਜ਼ ਆ, ਇਹ 2 ਟਾਈਮ AC ਹੋ ਗਿਆ। ਉਧਰ ਕੀ ਹੈ ਜੀ? ਉਧਰ ਹੋਣਾ AC ਜਮਾ CB, AC ਜਮਾ CB। ਤੇ ਕਿਉਂਕਿ ਆਹ ਸੋਟੀ ਤੇ ਆਹ ਸੋਟੀ ਜਦੋਂ ਆਪਾਂ ਇੱਥੇ ਰੱਖਦੇ ਆ ਤੇ ਪੂਰੀ ਲੰਬੀ ਸੋਟੀ ਬਣ ਜਾਂਦੀ ਆ, ਕੋਇਨਸਾਈਡ ਕਰ ਜਾਂਦੀ ਹੈ AC ਤੇ CB ਨੂੰ ਪਲੱਸ ਕਰਨ ਤੇ ਸਾਰੀ ਕੀ ਬਣ ਜਾਂਦੀ ਹੈ? AB। ਤੇ ਉਹ ਬਣ ਗਿਆ ਜੀ AB। ਆਹ ਦੋ ਮਲਟੀਪਲਾਈ ਹੁੰਦਾ ਸੀ, ਇਹ ਉਧਰ ਜਾ ਕੇ ਡਿਵਾਈਡ ਹੋ ਗਿਆ 1/2। ਇਹ ਕੀ ਕਹਿੰਦਾ ਵੀ AC ਜਿਹੜਾ ਵਾ AB ਦਾ ਕੀ ਆ? ਅੱਧ, ਹਾਫ। ਇਹੋ ਚੀਜ਼ ਆਪਾਂ ਪ੍ਰੂਵ ਕਰਨੀ। ਜਿਹੜਾ AC ਆ ਉਹ AB ਦਾ ਕੀ ਆ? ਹਾਫ। ਹੈਂਸ ਪ੍ਰੂਵ ਹੋ ਗਿਆ। ਕੋਈ ਗੱਲ ਔਖੀ ਨਹੀਂ ਕਿ ਥੋੜੀ ਜਿਹੀ ਗੱਲ ਸਮਝਣ ਦੀ ਲੋੜ ਆ, ਕੋਈ ਇਹੋ ਜਿਹੀ ਮੁਸ਼ਕਿਲ ਗੱਲ ਹੈ ਨਹੀਂ। ਅਗਲੇ ਸਵਾਲ ਦੇ ਵਿੱਚ ਉਹ ਕਹਿੰਦੇ ਆ ਵੀ ਤੁਸੀਂ ਪ੍ਰੂਵ ਕਰੋ ਕਿ ਹਰ ਕੋਈ ਵੀ ਲਾਈਨ ਸੈਗਮੈਂਟ ਹੋਵੇ, ਕੋਈ ਵੀ ਰੇਖਾ ਸਾਡੇ ਕੋਲ ਹੋਵੇ, ਉਹਦਾ ਸਿਰਫ ਤੇ ਸਿਰਫ ਇੱਕੋ ਹੀ ਮੱਧ ਬਿੰਦੂ ਹੁੰਦਾ। Every line segment has only one midpoint। ਇਹ ਕੀ ਮਤਲਬ ਹੈ ਜੀ ਗੱਲ ਦਾ? ਕਹਿਣ ਦਾ ਮਤਲਬ ਇਹਦਾ ਵੀ ਜਦੋਂ ਆਪਾਂ ਕੋਈ ਰੱਸੀ ਹੈ ਸਾਡੇ ਕੋਲੇ ਤੇ ਅਸੀਂ ਉਹਦੇ ਬਰਾਬਰ 2 ਹਿੱਸੇ ਕਰਨੇ ਆ, ਤੇ ਉਹ ਸਿਰਫ ਤੇ ਸਿਰਫ ਇੱਕੋ ਹੀ ਪੁਆਇੰਟ ਹੋਣਾ, 2 ਬਿੰਦੂ ਨਹੀਂ ਹੋ ਸਕਦੇ। ਇਹ ਨਹੀਂ ਵੀ ਕਿ ਰੱਸੀ ਦਿੱਤੀ ਆ ਤੇ ਇਹਨੂੰ ਆਪਾਂ 2 ਜਗ੍ਹਾ ਤੋਂ ਕੱਟ ਕਰਕੇ ਇਹਨਾਂ ਨੂੰ 2 ਬਰਾਬਰ ਹਿੱਸੇ ਮਿਲ ਜਾਣਗੇ। ਸਾਨੂੰ ਇਹਦੇ ਹਿੱਸੇ ਬਰਾਬਰ 2 ਲੈਣ ਲਈ ਸਿਰਫ ਇੱਕੋ ਜਗ੍ਹਾ ਤੋਂ ਕੱਟ ਕਰਨਾ ਹੋਵੇ। ਜੇ ਸਾਡੇ ਕੋਲ ਇੱਥੇ 8 ਮੀਟਰ ਰੱਸੀ ਆ, ਸਾਰੀ 8 ਮੀਟਰ ਰੱਸੀ ਆ, ਤੇ ਸਿਰਫ ਵਿਚਕਾਰੋਂ ਇੱਥੋਂ ਕੱਟ ਕਰਾਂਗੇ 4 ਇੱਧਰ ਤੇ 4 ਇੱਧਰ, ਤੇ ਫਿਰ ਹੀ ਕਹਿਣ ਦਾ ਮਤਲਬ ਹਰ ਇਸ ਲੰਬਾਈ ਵਾਲੀ ਚੀਜ਼ ਦਾ ਇੱਕੋ ਹੀ ਮੱਧ ਬਿੰਦੂ ਹੁੰਦਾ, ਮਿਡ ਪੁਆਇੰਟ।
ਅਸੀਂ ਕੀ ਕਰਦੇ ਹਾਂ, ਅਸੀਂ ਕਿਹਾ ਵੀ ਇੱਕ ਲਾਈਨ ਸੈਗਮੈਂਟ ਆ ਏ ਤੇ ਬੀ, ਠੀਕ ਹੈ, ਏ ਤੇ ਬੀ ਲਾਈਨ ਸੈਗਮੈਂਟ ਆ, ਔਰ ਅਸੀਂ ਕਿਹਾ ਜੀ ਸੀ ਇਹਦਾ ਮਿਡ ਪੁਆਇੰਟ ਆ, ਸੀ ਇਜ਼ ਮਿਡ ਪੁਆਇੰਟ ਆਫ ਏ ਬੀ। ਜੇ ਸੀ ਏ ਬੀ ਦਾ ਮਿਡ ਪੁਆਇੰਟ ਆ ਤੇ ਫਿਰ ਕੀ ਹੁੰਦਾ ਵਾ, ਆਹ ਤੇ ਆਹ ਸਾਈਡਾਂ ਬਰਾਬਰ ਹੋ ਗਈਆਂ ਵੀ ਏ ਸੀ ਇਕੁਅਲ ਟੂ ਕੀ ਹੈ, ਸੀ ਬੀ ਹੈ। ਪਰ ਇਹ ਕੋਲੋਂ ਕਹਿਤਾ ਵੀ ਇੱਕ ਮਿਡ ਪੁਆਇੰਟ ਹੋ ਰਿਹਾ ਸਾਡਾ, ਅਸੀਂ ਕਹਿੰਦੇ ਜੀ ਡੀ, ਡੀ ਵੀ ਇਹਦਾ ਮਿਡ ਪੁਆਇੰਟ ਹੈ ਜੀ, ਡੀ ਇਜ਼ ਐਨ ਸੈਕੰਡ ਮਿਡ ਪੁਆਇੰਟ, ਡੀ ਇਜ਼ ਆਲਸੋ ਮਿਡ ਪੁਆਇੰਟ ਆਫ ਏ ਬੀ। ਹੈਗਾ ਨਹੀਂ, ਡੀ ਵੀ ਇਹਦਾ ਮਿਡ ਪੁਆਇੰਟ ਹੈ। ਜੇ ਡੀ ਮਿਡ ਪੁਆਇੰਟ ਹੈ ਤੇ ਇਹਦਾ ਮਤਲਬ ਵੀ ਆ ਤੇ ਆ ਦੋਵੇਂ ਬਰਾਬਰ ਹੋਣਗੇ, ਫਿਰ ਕੀ ਹੋਗਾ, ਏ ਡੀ ਇਜ਼ ਇਕੁਅਲ ਟੂ ਡੀ ਵੀ ਹੋਏਗਾ। ਆ ਨੰਬਰ 1 ਹੀ, ਆ ਨੰਬਰ 2 ਹੀ, ਅਸੀਂ ਇੱਕ ਵਿੱਚੋਂ 2 ਮਾਈਨਸ ਕਰ ਰਹੇ ਹਾਂ, ਅਸੀਂ ਕਰ ਰਹੇ ਹਾਂ 1 ਮਾਈਨਸ 2। ਹੁਣ 1 ਸਾਡੇ ਕੋਲ ਆ ਲਿਖਿਆ, ਕੀ ਲਿਖਾਂਗੇ ਜੀ, ਏ ਸੀ ਮਾਈਨਸ ਏ ਡੀ is equal to CB minus DB। ਹੁਣ ਦੇਖੋ ਜੀ, ਆ AC ਆ ਤੇ ਆ AD ਆ, AC ਆ ਵਾ ਤੇ AD ਆ ਸਾਰੀ, AC ਛੋਟੀ ਆ ਤੇ AD ਵੱਡੀ ਆ, ਇਹ ਲੰਬਾਈਆਂ ਦੀ ਗੱਲ ਆ, ਇਹਨਾਂ ਚੋਂ ਮਾਈਨਸ ਕਾਮਨ ਲਿਆ ਤਾਂ ਕਿ ਇਹਨਾਂ ਨੂੰ AD ਮਾਈਨਸ AC ਲਿਖ ਸਕੀਏ, ਤੇ ਉਧਰ ਕੀ ਆ CB ਮਾਈਨਸ DB। ਹੁਣ ਜਦੋਂ ਐਸ ਸਾਰੀ AD ਦੇ ਵਿੱਚੋਂ ਇੰਨੀ ਲੰਬਾਈ ਵਿੱਚੋਂ ਆਹ ਘਟਾ ਲਈਏ, ਬਚ ਕੀ ਬਚੇ ਜੀ, ਸੀ ਡੀ ਬਚੇ ਜੀ, ਸੀ ਡੀ। ਹੁਣ ਸੀ ਬੀ ਵਿੱਚੋਂ ਡੀ ਬੀ ਘਟਾਉਣਾ, ਸੀ ਬੀ ਕਿਹੜਾ ਵਾ ਇੰਨਾ, ਸੀ ਬੀ ਵਿੱਚੋਂ ਕੀ ਘਟਾਇਆ ਜੀ, ਡੀ ਬੀ, ਤੇ ਬਾਕੀ ਕੀ ਬਚੇ ਜੀ, ਆ ਸਾਰਾ ਸੀ ਬੀ ਵਿੱਚੋਂ ਕੀ ਘਟਾਇਆ ਜੀ, ਡੀ ਬੀ, ਬਾਕੀ ਕੀ ਬਚੇ ਜੀ, ਸੀ ਡੀ। ਪਰ ਇੱਧਰ ਹੀ ਕਿੰਨਾ ਆ ਗਿਆ, ਸੀ ਡੀ ਆ ਗਿਆ। ਇਹ ਸੀ ਡੀ ਇੱਧਰ ਆ ਕੇ ਭਾਵੇਂ ਇਹਨੂੰ ਉੱਧਰ ਲੈ ਜਾਓ ਤੇ ਕੀ ਬਣ ਗਿਆ ਵੇਖੋ ਜੀ, ਸੀ ਡੀ ਪਲੱਸ ਸੀ ਡੀ, ਆਹ ਸੀ ਡੀ ਜੇ ਪਲੱਸ ਹੋ ਗਿਆ, ਆਹ ਸੀ ਡੀ ਤੇ ਸੀ ਡੀ ਕਿੰਨੇ ਹੋ ਗਏ ਜੀ, 2 ਸੀ ਡੀ ਹੋ ਗਏ, 2 ਸੀ ਡੀ ਇਜ਼ ਇਕੁਅਲ ਟੂ 0 ਜੀ, ਜਿਹੜਾ 2 ਹੀ ਹੋ ਜਾ ਕੇ ਡਿਵਾਈਡ ਹੋ ਗਿਆ 0 ਨਾਲ, ਤੋਂ 0 ਬਣ ਗਿਆ। ਕਹਿੰਦਾ ਮਤਲਬ ਵੀ ਸੀ ਡੀ ਵਾਲਾ 2 ਹੀ ਇੱਧਰ ਜਾ ਕੇ 0 ਔਰ 2 ਹੋ ਗਿਆ, ਤਾਂ ਫਿਰ ਸੀ ਡੀ 0 ਨੂੰ ਜੇ ਆਪਾਂ ਡਿਵਾਈਡ ਕਰੀਏ 2 ਨਾਲ ਤਾਂ ਵੀ 0 ਹੁੰਦਾ। ਕਹਿਣ ਦਾ ਮਤਲਬ ਸੀ ਤੇ ਡੀ ਦੀ ਜਿਹੜੀ ਲੈਂਥ ਆ ਉਹ ਆਪਸ ਵਿੱਚ 0 ਆ, ਸੀ ਤੇ ਡੀ ਦੀ ਲੈਂਥ ਇਜ਼ ਇਕੁਅਲ ਟੂ 0 ਦਾ ਮਤਲਬ ਕੀ ਆ ਕਿ ਸੀ ਤੇ ਡੀ ਦੀ ਜਿਹੜੀ ਇਹਨਾਂ ਦੋਵਾਂ ਪੁਆਇੰਟਾਂ ਦੀ ਜਿਹੜੀ ਦੂਰੀ ਆ ਉਹ ਆਪਸ ਵਿੱਚ ਕਿੰਨੀ ਆ, 0 ਆ। ਸੀ ਆ ਬਹੁਤ ਇੰਪੋਰਟੈਂਟ ਗੱਲ ਹੈ, ਸੀ ਡੀ ਇਜ਼ ਇਕੁਅਲ ਟੂ 0 ਦਾ ਮਤਲਬ ਗਿਆ ਵੀ ਇਹਨਾਂ ਦੋਵਾਂ ਦੀ ਦੂਰੀ ਜਿਹੜੀ ਕਿੰਨੀ ਆ, 0 ਆ। ਹੁਣ ਦੂਰੀ 0 ਕਦੋਂ ਹੋਣੀ ਆ, ਜਦੋਂ ਇਹ ਸੀ ਤੇ ਡੀ ਬਿਲਕੁਲ ਇੱਕੋ ਥਾਂ ਤੇ ਹੋਣਗੇ, ਵੱਖੋ ਵੱਖ ਨਹੀਂ ਹੋਣਗੇ। ਕਹਿਣ ਦਾ ਮਤਲਬ ਸੀ ਤੇ ਡੀ ਵੱਖੋ ਵੱਖ ਨਹੀਂ ਹੈਗੇ, ਇਹ ਦੋਵੇਂ ਜਾਣੇ ਇੱਕੋ ਹੀ ਨੇ, ਸੀ ਐਂਡ ਡੀ ਕੋਇਨਸਾਈਡ ਚੀਜ਼ ਇੱਧਰ ਇੱਕ ਦੂਜੇ ਤੇ, ਸੀ ਤੇ ਡੀ ਸੰਪਾਤੀ ਨੇ। ਕਹਿਣ ਦਾ ਮਤਲਬ ਇਹ ਹੁੰਦਾ ਕਿ ਇੱਥੇ ਜੇ ਏ ਆ ਇੱਥੇ ਬੀ ਆ, ਸੀ ਤੇ ਡੀ ਇੱਕੋ ਹੀ ਜਗ੍ਹਾ ਨੇ, ਵੱਖੋ ਵੱਖ ਨਹੀਂ ਗਏ, ਭਾਵੇਂ ਕੋਲੋਂ ਮੰਨ ਹੀ ਲਏ ਆ, ਇਸ ਕਰਕੇ ਜਿਹੜੇ ਸੀ ਵੱਖੋ ਵੱਖ ਨਹੀਂ ਗਏ, ਸੀ ਤੇ ਡੀ ਦੋਵੇਂ ਜਾਣੇ ਇੱਕ ਹੀ ਜਗ੍ਹਾ ਤੇ ਬੈਠੇ ਆ। ਕਹਿਣ ਦਾ ਮਤਲਬ ਵੀ ਅਸੀਂ ਕਿਸੇ ਵੀ ਲਾਈਨ ਦੇ 2 ਵੱਖੋ ਵੱਖ ਮਿਡ ਪੁਆਇੰਟ ਨਹੀਂ ਲੈ ਸਕਦੇ, ਉਹ ਹਮੇਸ਼ਾ ਇੱਕ ਹੀ ਹੁੰਦਾ ਜੀ। ਅਗਲੇ ਸਵਾਲ ਦੇ ਵਿੱਚ ਹੋਰ ਇੱਕ ਇੰਟਰਸਟਿੰਗ ਜਿਹਾ ਸਵਾਲ ਆ, ਤੀਸਰਾ ਸਵਾਲ ਹੈ। ਉਹ ਸਵਾਲ ਦੇ ਵਿੱਚ ਸਾਨੂੰ ਕਿਹਾ ਗਿਆ ਵਾ ਵੀ ਜੇਕਰ ਇੱਦਾਂ ਲਾਈਨ ਦਿੱਤੀ ਗਈ ਹੈ ਜੀ, ਲਾਈਨ ਤੇ ਕੀ ਹੈ ਜੀ, ਏ ਬੀ ਸੀ ਤੇ ਡੀ, ਤੇ ਕਹਿੰਦੇ ਆ ਕਿ ਜੇਕਰ ਏ ਸੀ ਇਜ਼ ਇਕੁਅਲ ਟੂ ਇਫ ਬੀ ਡੀ ਟੂ ਪ੍ਰੂਵ, ਤੇ ਤੁਸੀਂ ਕੀ ਪ੍ਰੂਵ ਕਰੋ, ਏ ਬੀ ਇਜ਼ ਇਕੁਅਲ ਟੂ ਸੀ ਡੀ। ਕਹਿੰਦੇ ਵੀ ਜੀ ਲਾਈਨ ਦੇ ਉੱਤੇ ਆ ਏ ਸੀ ਬੀ ਡੀ ਦੇ ਇਕੁਅਲ ਹੋਵੇ ਤੇ ਤੁਸੀਂ ਪ੍ਰੂਵ ਕਰੋ ਵੀ ਏ ਬੀ ਕਿਹਦੇ ਇਕੁਅਲ ਹੈ, ਸੀ ਡੀ ਦੇ ਇਕੁਅਲ ਹੈ। ਹੁਣ ਦੇਖੋ ਏ ਸੀ ਤੇ ਬੀ ਡੀ ਬਰਾਬਰ ਹੈ, ਆਹ ਸਾਰਾ ਏ ਸੀ ਆ, ਆਹ ਸਾਰਾ ਏ ਸੀ ਆ, ਔਰ ਕਿਹਦੇ ਇਕੁਅਲ ਹੈਗੇ,
BD ਦੇ ਬਰਾਬਰ। ਜਦੋਂ ਦੋ ਚੀਜ਼ਾਂ ਬਰਾਬਰ ਦਿੱਤੀਆਂ ਹੋਣ ਤੇ ਯੂਕਲਿਡ ਦੇ ਅਕੋਰਡਿੰਗ ਜੇ ਬਰਾਬਰ ਚੀਜ਼ਾਂ ਵਿੱਚੋਂ ਕੋਈ ਬਰਾਬਰ ਚੀਜ਼ ਘਟਾ ਦਈਏ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਇਹਨਾਂ ਦੋਵਾਂ ਵਿੱਚੋਂ ਨਾ BC ਘਟਾਉਣ ਲੱਗੇ ਹਾਂ। ਇਹ ਪਾਸੇ ਚੋਂ ਵੀ BC ਘਟਾ ਦੇਣ ਲੱਗੇ ਆ ਤੇ BD ਵਿੱਚੋਂ ਵੀ BC ਘਟਾ ਦੇਣ ਲੱਗੇ। ਹੁਣ ਜਿਹੜਾ ਆ AC ਆ ਇਹਦੇ ਚੋਂ BC ਘਟਾ ਦਿੱਤਾ ਤੇ ਬਾਕੀ ਕੀ ਬਚਿਆ ਜੀ? AB ਬਚ ਗਿਆ। ਦੂਜੇ ਪਾਸੇ ਕੋਲ ਜੀ BD ਆ ਸਾਰਾ BD, ਇਹਦੇ ਚੋਂ ਕੀ ਘਟਾ ਜੀ? BC ਘਟਾ ਦਿੱਤਾ, ਬਾਕੀ ਕੀ ਬਚਿਆ ਜੀ? CD ਬਚ ਗਿਆ। ਇਹੋ ਹੀ ਪ੍ਰੂਵ ਕਰਨਾ ਹੀ ਆਪਾਂ, ਹੈਂਸ ਪ੍ਰੂਵਡ। ਇਹ ਅਸੀਂ ਤੁਹਾਡੀ ਜੀ ਅਸਾਈਨਮੈਂਟ 78 ਤਿੰਨੇ ਸਵਾਲ ਬਹੁਤ ਇੰਪੋਰਟੈਂਟ ਆ। ਇੱਕ ਸਵਾਲ ਹਮੇਸ਼ਾ ਪੇਪਰ 'ਚ ਆਉਂਦਾ ਔਰ ਤੁਸੀਂ ਇਹਦੀ ਮਿਹਨਤ ਕਰਨੀ ਹੈ ਜ਼ਰੂਰ ਤਾਂ ਕਿ ਤੁਹਾਨੂੰ ਪੇਪਰ 'ਚ ਪੂਰੇ ਮਾਰਕਸ ਆ ਜਾਣ। ਥੈਂਕਸ, ਸਤਿ ਸ਼੍ਰੀ ਅਕਾਲ।